ਸਭ ਦੇ ਸਨਮੁਖ ਵਨ ਐਕਟ ਪਲੇ ਲੈ ਕੇ ਆ ਰਹੀ ਹੈ ਟੀਮ ਨੰਬਰ 2। मैडम की कहती कट नहीं लाओ कुछ ही मना ओके थैंक यू सर। फिर एक बारी फास्ट फास्ट कर दो। अरे बच्चा रेडी कर दो, बच्चा रेडी कर रेडी है। हेलो हेलो हाजरीन पेश कर जा रहा नाटक बलदेव सिंह की रचना की रंग वखा बेटी। छड़ देवे माया हसी जाना एकरां नू एवें कुट के कलाई नू तू फड़ना। सियोणिया बांह छड़ देवे मेरी बेबे ढीकदी हो अजे मैं डेरे दुੱਧ भी फड़ा के आउणा हाय मैं मर गई बेबे। प्रतापी ਗੱਲ ਤਾਂ ਸੁਣ प्रतापी पापा जी मैं दुੱਧ लेके आई हां। तू माता जान कौर की लड़की है ना बीबा जी? हां पापा जी। जानते जा दुੱਧ रखा पापा जी के खाली भांडा दियो बेबे आंदी सी खाली डोलू मोड़ ले आई। तेरे विचों खाली भांडा नहीं लेके जाइदा बीबा। हाय बड़ी प्यारी बच्ची है, बिल्कुल अपनी माँ पर गई है। पापा जी मैं छेती घर जाना है। हाँ बीबा अंदर आ। धर्मदासा दुष्टा तू मेरिया रातां दी नींद बर्बाद करती पर मेरी एक गल याद रखी सोण तैनू मैं भी नहीं देना सोण तैनू मैं भी नहीं देना। धर्मदासा पापिया हुण होणगे तेरे नबेड़े हुण होणगे तेरे नबेड़े। तू हाँ मैं वही दुखियारी हां पापिया जीदा तू सर्वनाश कीता। नहीं प्रतापी नहीं मैं तेनू क्या सी ना धर्मदासा हुण गए नबेड़े प्रतापी मारी ना। मेरी जिंदगी नू तां तू नरका वर्गी बनाता नहीं प्रतापी तेनू जियोने दे मत्थे लगण जोगी नहीं छड्डिया। मैं डेरा छड्ड तेरा जीवन लेके ना किसे ना पापिया। वाहेगुरु जी का खालसा वाहेगुरु जी की फतेह। भाई अमृत वेला हो गया, उठो बाणी पढ़ो बाणी विचारो। वाहेगुरु जी का दादो दी मां मैं खेत गेड़ा मारा मां तू चाह धर ले। आ प्रतापी पता नहीं किथे तुर गई तड़की आ डंगरा वाले भी नहीं दींदी ये ता इस कुड़ी ने ता किथे गई सी तड़की साजरे बाहर जाके आई हां बेबे। नी आ तेरे लीड़े का तो लिबड़े पाया तेरे दा कुत्ता मगर पै गया सी ओदा साफ करके आई हां। ओ बेटा रे आ जाओ धर्मदास का कत्ल कर गया कोई आ दादो दी मां तेरे साथ तो कोई कत्ल कर गया चल आप देख आइए। बू मैं मर जानी है की करा करता किसी ने ओदा साह दी गऊ वर्गा सी नी नी ताको डेरे वाले बापे दा कोई कत्ल कर गया
ਕਰੇ। ਕਦੇ ਕਦੇ ਮੈਨੂੰ ਪਤਾ ਨਹੀਂ ਕੀ ਹੋ ਜਾਂਦਾ ਦੇਵ ਦੇ ਬਾਪੂ, ਜਿਵੇਂ ਕੋਈ ਪੌਣ ਜੀ ਆ ਜਾਂਦੀ ਆ ਮੇਰੇ 'ਚ। ਜਿਉਂਦੇ ਮੋਏ ਸਾਰੇ ਮੇਰੇ ਦੁਆਲੇ ਝਰਮਟ ਪਾ ਲੈਂਦੇ ਆ। ਤੂੰ ਰਹਿਣ ਲੱਗਦੀ ਵੇਲੀ, ਘਰ ਦੀ ਕਬੀਲਦਾਰੀ ਦਾ ਸਾਰਾ ਭਾਰ ਆ ਗਿਆ ਚੰਦਕੁਰ ਤੇ। ਜਵਾਕੜੀ ਨੂੰ ਸਾਰਾ ਦਿਨ ਕੰਮ 'ਚ ਲਾਈ ਰੱਖਦੀ ਐ ਤੇ ਆਪ ਬੇਲੀ ਬੈਠੀ ਪੁੱਟੀਆਂ ਸਿੱਧੀਆਂ ਸੋਚੀ ਜਾਂਦੀ ਐ। ਨਾ ਇਹਨੂੰ ਮੈਂ ਕੰਮ ਲਈ ਰੱਖਦੀ ਆ, ਵੱਡੇ ਮਹਾਰਾਜ ਦੀ ਸੌਂ ਮੈਨੂੰ ਤਾਂ ਆਪਣੀ ਕਿਸੇ ਕੰਮ ਨੂੰ ਹੱਥ ਲਾਉਣ ਦਿੰਦੀ ਏ। ਪੁੱਛ ਲੈ ਭਾਵੇਂ ਚੰਦਕੁਰ ਤੋਂ, ਕਿਉਂ ਨਹੀਂ? ਮੈਂ ਤੈਨੂੰ ਕਿਹਾ ਕਦੇ ਕੰਮ ਨੂੰ? ਬਾਈ ਜੀ ਕੰਮ ਤਾਂ ਮੈਂ ਆਪ ਹੀ ਬੜੀ ਚਾਅ ਨਾਲ ਕਰਦੀ ਆ, ਨਾਲੇ ਭੈਣ ਜੀ ਨੇ ਬਥੇਰਾ ਕਰ ਲਿਆ, ਹੁਣ ਤਾਂ ਇਹਨਾਂ ਨੂੰ ਆਰਾਮ ਕਰਨਾ ਚਾਹੀਦਾ ਹੈ। ਪਰ ਭਾਈ ਇਹਦੇ ਬੇਲੀ ਬੈਠੀ ਦੇ ਦਿਮਾਗ 'ਚ ਪਤਾ ਨਹੀਂ ਕਿਹੜੇ ਭੂਤ ਪ੍ਰੇਤ ਆਈ ਜਾਂਦੇ ਆ। ਕਰ ਦੂ ਨਵੇੜੇ ਹੋਣਗੇ ਨਵੇੜੇ। ਲੈ ਇਹਨੂੰ ਕੀ ਦੱਸਦਾ? ਇਹ ਤਾਂ ਪਿਛਲੇ ਜਨਮ 'ਚ ਮੇਰੀ ਧੀ ਹੁੰਦੀ ਹੋ ਜਾਂ ਮੇਰੀ ਛੋਟੀ ਭੈਣ, ਪਰ ਮੇਰਾ ਦਿਓਰ ਨਹੀਂ ਦਿੰਦਾ ਚਾਨਣ, ਤੂੰ ਕੱਲਾ ਹੀ ਆ ਗਿਆ। ਉਹ ਅੱਜ ਆਪਣੀ ਵਾਰੀ ਆ ਖੇਤਾਂ 'ਚ ਪਾਣੀ ਲਾਉਣ ਦੀ। ਕਹਿੰਦਾ ਸੀ ਮੇਰੀ ਰੋਟੀ ਲਿਆ ਦਿਓ। ਚੰਦ ਕਰੇ ਰੋਟੀ ਲੈ ਜੀ ਭਾਈ ਚਾਨਣ ਦੀ। ਜੀ ਨਹੀਂ ਲੱਗਦਾ ਹੁਣ ਹਰਾਮੀ ਦਾ, ਬਹਾਨੇ ਨਾ ਸੱਦਦਾ ਇਹਨੂੰ। ਆ ਪ੍ਰਤਾਪ ਕਰੇ ਮੇਰੇ ਸਾਹਮਣੇ ਇਹੋ ਜਿਹੀਆਂ ਗੱਲਾਂ ਨਾ ਕਰਿਆ ਕਰ। ਇਹ ਤਾਂ ਮੇਰੀ ਧੀਆਂ ਵਰਗੀ ਹੈ। ਬਾਈ ਜੀ ਫਿਰ ਉਹਨਾਂ ਦੀ ਰੋਟੀ ਲੈ ਜਾ ਮੈਂ। ਨਾ ਬਾਈ ਜੀ ਨੂੰ ਕੀ ਪੁੱਛਦੀ ਆ? ਰੋਟੀਆਂ ਬਨ ਪੌਣੇ 'ਚ ਲੱਸੀ ਦਾ ਕੁੱਜਾ ਲੈ ਤੇ ਤਿੱਤਰ ਹੋ ਜਾ। ਹੋਰ ਨਾ ਤਗੜਾ ਟਾਲੀ ਤੇ ਚੜ ਕੇ ਤੇਰਾ ਰਾਹ ਹੀ ਦੇਖਦਾ ਹੋਵੇ। ਆ ਪ੍ਰਤਾਪ ਕਰੇ ਤੇਰੀ ਵਾਲੀ ਵੀ ਨਾ ਹੱਦ ਹੀ ਹੋ ਗਈ। ਤੁਸੀਂ ਤੇ ਰਾਣੀ ਜਠਾਣੀ ਜੋ ਮਰਜ਼ੀ ਕਰ ਦੋ। ਚੰਦ ਕਰੇ ਰੋਟੀ ਲੈ ਜੀ ਭਾਈ ਚਾਨਣ ਦੀ, ਮੈਂ ਕਹੀ ਬਣਵਾ ਕੇ ਲਿਆਣਾ। ਕੁੜੇ ਚੰਦ ਕੁਰੇ ਨੀ ਤੈਨੂੰ ਦੇਖ ਕੇ ਚਾਨਣ ਰੋਟੀ ਖਾ ਲੈਂਦਾ ਹੋ? ਨਹੀਂ ਨਹੀਂ, ਇੰਨੀ ਸੋਹਣੀ ਦੀਵੀ ਮੂਰੇ ਬੈਠੀ ਹੋਵੇ, ਬੰਦੇ ਨੂੰ ਭਲਾ ਭੁੱਖ ਕਿਵੇਂ ਲੱਗ ਜੇ? ਕੁੜੇ ਚੰਦ ਕੁਰੇ ਨੀ ਆ ਤਾਂ ਗੈਰ ਚੜੀ ਆਉਂਦੀ ਆ ਨੀ ਗੇਰੂਆ ਰੰਗੀ, ਇਹ ਤਾਂ ਬਹੁਤ ਮਾੜੀ ਹੁੰਦੀ ਆ ਭਾਈ, ਰੱਬ ਸੁੱਖ ਰੱਖੇ। ਓ ਗੱਦਰ ਸਿਆ, ਓ ਭਾਈ ਗੱਦਰ ਸਿਆ, ਚਾਨਣ ਤੇ ਟਾਲੀ ਰੱਖੀ ਹੋਈ ਏ। ਓ ਚਾਨਣ ਤੇ ਟਾਲੀ ਰੱਖੀ ਭਾਈ, ਚਾਨਣ ਤੇ ਟਾਲੀ ਰੱਖੀ। ਕੀ ਹੋ ਗਿਆ ਚਾਨਣ ਨੂੰ? ਚਾਨਣ 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 ਭਾਈ ਅੱਖਾਂ ਖੋਲ, ਅੱਖਾਂ ਖੋਲ ਭਾਈ। ਓਏ ਚਾਨਣਾ ਇਹ ਕੀ ਲੋੜਾ ਮਾਰਿਆ ਤੂੰ ਚਾਨਣਾ? ਕੀ ਹੋ ਗਿਆ? ਕੀ ਹੋ ਮੋਤੀ ਸਿਤਾਰੇ ਫੁੱਲ ਵੇ ਮੇਰੀ ਮੁੱਠੀ ਦੇ ਵਿੱਚ ਫੁੱਲ ਵੇ, ਹੁਣ ਦੱਸ ਕੀ ਦੇ ਮੁੱਲ ਵੇ। ਰੋਲਾ ਚੰਦ ਕੁਰੇ ਨੀ ਤੇਰਾ ਚਾਨਣ ਛੱਡ ਗਿਆ ਤੈਨੂੰ, ਰੋਲਾ ਚਾਨਣ ਤੇ ਡਿੱਗੀਏ ਟਾਲੀਏ, ਮੇਰੇ ਚੋਹਣ ਦੀ ਪਾਲੀਏ, ਸਾਡੀ ਹੋ ਗਈ ਜ਼ਿੰਦਗੀ ਕੱਖ ਵੇ। ਸਾਡਾ ਕੀ ਹੁਣ ਜੱਗ ਵਿੱਚ ਜੀਵਣਾ, ਘੁੱਟ ਘੁੱਟ ਸਬਰਾਂ ਦਾ ਪੀਵਣਾ। ਸਾਡਾ ਕੀ ਹੁਣ ਜੱਗ ਵਿੱਚ ਜੀਵਣਾ, ਘੁੱਟ ਘੁੱਟ ਸਬਰਾਂ ਦਾ ਪੀਵਣਾ। ਚੰਨ ਤੋਂ ਹੋਇਆ ਚਾਨਣ ਵੱਖ ਵੇ, ਚਾਨਣ ਵੱਖ। ਗੱਜਣ ਸਿਆ, ਓ ਭਾਈ ਗੱਜਣ ਸਿਆ। ਸਤਿ ਸ੍ਰੀ ਅਕਾਲ ਭਾਈ। ਸਤਿ ਸ੍ਰੀ ਅਕਾਲ ਭਾਈ। ਆਓ ਜੀ ਬੈਠੋ। ਗੱਜਣ ਸਿਆ ਬੰਦਿਆਂ ਦਾ ਘਾਟਾ ਤਾਂ ਨਹੀਂ ਪੂਰਾ ਹੁੰਦਾ ਕਦੇ ਵੀ ਬਾਈ, ਪਰ ਬੰਦੇ ਗਿਆ ਤੋਂ ਬਾਅਦ ਜਿਹੜੀਆਂ ਮੁਸੀਬਤਾਂ ਪੈਂਦੀਆਂ ਨੇ ਨਾ, ਉਹ ਹੋਰ ਤੋੜ ਦਿੰਦੀਆਂ ਨੇ ਬੰਦੇ ਨੂੰ। ਕੱਲ ਪਟਵਾਰੀ ਆਇਆ ਸੀ ਗੱਜਣ ਸਿਆ, ਉਹ ਆਖਦਾ ਸੀ ਕਿ ਜ਼ਮੀਨ ਤਿੰਨਾਂ ਦੇ ਨਾਂ ਚੜੂ ਬਾਈ। ਤਿੰਨਾਂ ਦੇ ਨਾਂ? ਕਿਹੜੇ ਤਿੰਨਾਂ ਦੇ ਨਾਂ ਭਾਈ? ਬਾਈ ਇੱਕ ਹਿੱਸਾ ਤੇਰੇ ਨਾਂ, ਇੱਕ ਹਿੱਸਾ ਭੈਣ ਭਾਨੋ ਦੇ ਨਾਂ, ਤੇ ਇੱਕ ਹਿੱਸਾ ਜਾਊਗਾ ਚਾਨਣ ਦੀ ਘਰਵਾਲੀ ਚੰਦ ਕੌਰ ਦੇ ਨਾਂ ਬਾਈ। ਚੰਦ ਕੌਰ ਹਿੱਸਾ ਕਿਵੇਂ ਲੈ ਜੂ ਭਲਾ? ਉਹ ਤਾਂ ਚਾਨਣ ਦੇ ਭੋਗ ਵਾਲੇ ਦਿਨ ਤੋਂ ਹੀ ਪੇਕੇ ਬੈਗੀ ਆ ਜਾ ਕੇ। ਕਾਨੂੰਨ ਤਾਂ ਇਹੀ ਕਹਿੰਦਾ ਗੱਜਣ ਸਿਆ ਵੀ ਚਾਨਣ ਦਾ ਹਿੱਸਾ ਤਾਂ ਉਹਦੀ ਵਿਧਵਾ ਨੂੰ ਹੀ ਜਾਊ। ਚੰਗੇ ਆ ਤੁਹਾਡੇ ਕਿਹੜੇ ਕਾਨੂੰਨ ਬਾਈ। ਇੱਕ ਤਾਂ ਮੇਰਾ ਭਰਾ ਮੁੱਕ ਗਿਆ ਤੇ ਹੁਣ ਉਹਦੇ ਹਿੱਸੇ ਦੀ ਜ਼ਮੀਨ ਵੀ ਜਾਊ। ਇਸੇ ਕਰਕੇ ਤਾਂ ਗੱਜਣ ਸਿਆ ਕਹਿੰਦੇ ਆ ਕਿ ਬਾਈ ਮੁਸੀਬਤ ਕੱਲੀ ਨਹੀਂ ਆਉਂਦੀ, ਹੋਰ ਬੜਾ ਕੁਝ ਨਾਲ ਲੈ ਕੇ ਆਉਂਦੀ ਆ। ਪਰ ਕੁਦਰਤ ਨੇ ਵੀ ਵਿਚਾਰੀ ਚੰਦ ਕੌਰ ਨਾਲ ਮਾੜਾ ਬਹੁਤ ਕੀਤਾ। ਓਏ ਉਹਦੀ ਕੋਈ ਉਮਰ ਹੈ ਸੌਰੀ ਦੀ ਵਿਧਵਾ ਹੋਣ ਦੀ? ਕਿਵੇਂ ਕੱਟੂਗੀ ਸਾਰੀ ਉਮਰ? ਹੋ ਬਾਈ ਉਮਰ ਕੱਟੂਗੀ ਜ਼ਮੀਨ ਆਸਰੇ। ਸਿਆਣਿਆਂ ਨੇ ਕੁਝ ਸੋਚ ਕੀ ਬਣਾਇਆ ਕਾਨੂੰਨ। ਕਿਹੜੀ ਜ਼ਮੀਨ ਆਸਰੇ ਦਿਨ ਕੱਟਣੇ ਹੁਣ? ਵੇਚ ਕੇ ਉਹ ਜਾੜੇ ਹੁੰਦੇ ਤੇ ਰਕਮ ਹਜ਼ਮ ਕਰ ਜਾਣਗੇ ਉਹਦੇ ਚਾਚੇ ਤੇ ਮਾਮੇ। ਇਹਨਾਂ ਤੇ ਭਰਾ ਵੀ ਗਿਆ ਤੇ ਜ਼ਮੀਨ ਵੀ ਗਈ। ਇਹਦਾ ਇਲਾਜ ਤਾਂ ਹੈ ਗੱਜਣ ਸਿਆ, ਪਰ ਥੋੜਾ ਔਖਾ ਹੈ।
ਬਾਈ ਔਖਾ ਹੋਵੇ ਸੌਖਾ ਹੋਵੇ ਤੂੰ ਗੱਲ ਕਰ। ਬਾਈ ਤੂੰ ਚੰਦ ਕੌਰ ਨੂੰ ਮਸਾਲਾ ਕਰੇ, ਫਿਰ ਜ਼ਮੀਨ ਵੀ ਤੇਰੀ ਤੇ ਤੀਵੀਂ ਵੀ ਤੇਰੀ। ਪਰ ਉਹਨੂੰ ਤਾਂ ਮੈਂ ਆਪਣੀ ਗੱਲ ਤਾਂ ਵਿਚਾਰ ਨਾਲ ਹੀ ਹੈ ਗੱਜਣ ਸਿਆ, ਬਾਕੀ ਜਿਵੇਂ ਤੈਨੂੰ ਸਹੀ ਲੱਗੇ। ਚੰਗਾ ਅਸੀਂ ਚੱਲਦੇ ਹਾਂ ਬਾਈ, ਸਤਿ ਸ੍ਰੀ ਅਕਾਲ। ਗੱਜਣਾ ਜੇ ਜ਼ਮੀਨ ਬਚਾਉਣੀ ਦਾ ਕੰਮ ਕਰ ਮਸਾਲਾ ਕਰੇ। ਉਹ ਨਹੀਂ ਗੱਜਣ ਸਿਆ ਚੱਕ ਪਰ ਤੇਰਾ ਕੀ ਆ ਗਿਆ, ਤੇਰਾ ਵਿਆਹ ਬਾਰੇ ਸੋਚੀ ਵੀ ਨਾ। ਉਹ ਜ਼ਮੀਨ ਤਾਂ ਜੱਟ ਦਾ ਕਹਿਣਾ ਹੁੰਦੀ ਆ, ਜੇ ਜ਼ਮੀਨ ਨਹੀਂ ਤੂੰ ਜੱਟ ਕਾਹਦਾ। ਉਹ ਤੇਰਾ ਜ਼ਮੀਨ ਮਰ ਗਿਆ। ਉਹ ਸੋਚ ਲੈ ਚੋਕਰੇ ਸਿਰ ਪਾ ਕੇ ਉਸਰੇ 5 ਕਿੱਲੇ। ਉਹ ਜੱਟ ਕਾ ਤੇਰੇ ਭਾਈ ਦੀ ਗੱਜਣਾ। ਉਹ ਜ਼ਮੀਨ ਵੀ ਤਾਂ ਤੇਰੇ ਭਾਈ ਦੀ ਆ। ਤੇਰਾ ਜ਼ਮੀਨ ਮਰ ਗਿਆ, ਤੇਰਾ ਜੱਟ ਜਾਂਦੀ ਆ। ਚੱਲਣਾ ਕੀ ਹੋਇਆ ਵੀਰ? ਮੈਂ ਪਿੰਡ ਚੋਂ ਗੱਲਾਂ ਸੁਣੀਆਂ ਨੇ, ਆਖਦੇ ਨੇ ਜ਼ਮੀਨ ਤਿੰਨਾਂ ਦੇ ਨਾਂ ਚੜੂ। ਵੀਰ ਤੂੰ ਮੇਰੇ ਕੰਨਿਓ ਤਾਂ ਜਮਾ ਹੀ ਬੇਫਿਕਰ ਰਹੀ। ਮੈਨੂੰ ਤਾਂ ਚਾਹੇ ਕੱਲ ਤਹਿਸੀਲ ਲੈ ਜਾ, ਮੈਂ ਜਾ ਕੇ ਬਿਆਨ ਦੇ ਆਨੀ ਆ। ਤੇਰੀ ਗੱਲ ਨਹੀਂ ਆ ਪਾਨੋ ਭੈਣੇ ਮੇਰੀ, ਇਹ ਤੇਰੇ ਵੱਲੋਂ ਤਾਂ ਮੈਨੂੰ ਭੋਰਾ ਚਿੰਤਾ ਨਹੀਂ। ਗੱਲ ਹੈ ਤਾਂ ਉਸ ਚੰਦ ਕੌਰ ਦੀ। ਚਾਨਣ ਮਰ ਗਿਆ, ਭਰਾ ਮੇਰਾ ਮੁੱਕ ਗਿਆ, ਮੈਂ ਸਬਰ ਕਰ ਲਿਆ ਤੇ ਉਹ ਬਹਿ ਗਈ ਆ ਪੇਕੇ ਤੀਜੇ ਹਿੱਸੇ ਦੀ ਮਾਲਕ ਬਣ ਕੇ। ਪਾਨੋ ਤੂੰ ਮੇਰੇ ਨਾਲ ਕੱਲ ਚੱਲ ਕਚੇਰੀ, ਇਹਦਾ ਚੰਦ ਕੌਰ ਦਾ ਤਾਂ ਮੈਂ ਕਰਦਾ ਕੋਈ ਇਲਾਜ। ਜ਼ਮੀਨ ਤਾਂ ਨਹੀਂ ਮੈਂ ਹੱਥੋਂ ਜਾਣ ਦਿੰਦਾ। ਅੱਜ ਸੁਣਦੇ ਹੋ, ਮੇਰੀ ਗੱਲ ਤਾਂ ਸੁਣੋ। ਕੁੜੇ ਪਾਨੋ ਨੀ, ਮੈਨੂੰ ਤਾਂ ਤੇਰੇ ਭਰਾ ਦੀ ਫਿਕਰ ਹੋਈ ਜਾਂਦੀ ਆ। ਕੋਈ ਪੁੱਠਾ ਕਾਰ ਆਈ ਨਾ ਕਰ ਦਵੇ। ਭਾਬੀ ਤੂੰ ਫਿਕਰ ਕਾਹਨੂੰ ਕਰਦੀ ਐ? ਮੈਨੂੰ ਪਤਾ ਮੇਰੇ ਵੀਰ ਦਾ ਕੋਈ ਪੁੱਠਾ ਕਦਮ ਨਹੀਂ ਚੱਕਦਾ। ਤੂੰ ਅੰਦਰ ਚੱਲ। ਗੱਜਣ ਸਿਆ ਕਿੱਧਰ ਚੱਲਿਆ? ਤੇਰੇ ਕੰਨੀ ਆਉਂਦਾ ਸੀ ਬਾਈ। ਮੇਰੇ ਕੰਨੀ ਆ ਬੈਠ। ਗੱਜਣ ਸਿਆ ਆ ਤਾਰਾ ਬਹੇ ਠਾ ਕੇ ਲੜਿਆ ਬਾਈ। ਉਹ ਚੰਦ ਕੌਰ ਦੀ ਉਮਰੇ ਕੋਈ ਜਵਾਕੜੀ ਦਾ ਦੁੱਖ ਨਹੀਂ ਚੱਲਿਆ ਜਾਂਦਾ। ਬੰਤ ਸਿਆ ਹੁਣ ਰੱਬ ਦੀ ਕੀ ਪਲੱਤ ਭੰਦੀ ਏ, ਕੋਈ ਬੰਦਾ ਹੁੰਦਾ ਤਾਂ ਵੇਖ ਲੈਂਦੇ। ਵੈਸੇ ਤੂੰ ਕੀ ਸੋਚਿਆ ਉਹਦੇ ਬਾਰੇ? ਸੋਚਣਾ ਕੀ ਆ ਗੱਜਣਾ, ਧੱਕੇ ਆ ਜਿੱਥੇ ਮਰਜੀ ਖਾ ਲਵੇ। ਚੰਦਰੀ ਦੇ ਕਰਮੀ ਮਾੜੇ ਨੇ। ਬਾਈ ਜੇ ਚੰਦ ਕੌਰ ਨੂੰ ਘਰੇ ਮੈਂ ਹੀ ਗੱਜਣ ਸਿਆ ਪਹਾੜ ਤੇ ਪਾਣੀ ਚੜਾਉਣ ਨੂੰ ਫਿਰਦਾ ਹੈ। ਪਹਾੜ ਤੇ ਪਾਣੀ ਤਾਂ ਬਾਈ ਤੂੰ ਹੀ ਚੜਾ ਸਕਦਾ, ਤਾਈਓ ਤੇਰੇ ਨਾਲ ਗੱਲ ਕੀਤੀ ਹੈ। ਤੂੰ ਉਹਦੇ ਨਾਲ ਗੱਲ ਕਰੀ ਚੰਗਾ। ਮੈਂ ਜਿੰਨੇ ਜੋਗਾ ਹੋਇਆ ਉਦੋਂ ਵੱਧ ਕੋਸ਼ਿਸ਼ ਕਰੂ ਗੱਜਣਾ, ਪਰ ਇੱਕ ਗੱਲ ਪੱਕੀ ਆ, ਮੇਰਾ ਅੱਧ ਪਚੱਧ ਕੰਮ ਹੋ ਗਿਆ ਸਮਝ। ਓਏ ਅੱਧ ਪਚੱਧ ਨਹੀਂ, ਪੂਰਾ ਆਹ ਕੰਮ ਪੂਰਾ ਚਾਹੀਦਾ ਮੈਨੂੰ। ਖਰਚਾ ਵੱਧ ਤਾਂ ਫਿਰ ਗੱਜਣ ਸਿਆ। ਖਰਚੇ ਦੀ ਪਰਵਾਹ ਨਾ ਕਰੀ, ਜਿੰਨੇ ਮੂੰਹੋਂ ਕੱਢੇਗਾ ਉਹਨੇ ਦਿਓ ਤੈਨੂੰ। ਬਸ ਇੱਕ ਵਾਰ ਚੰਦ ਕੌਰ ਆ ਜੇ ਇਸ ਕਰੇ। ਉਹ ਆਜੂ ਗੱਜਣ ਸਿਆ ਆਜੂ। ਉਹ ਮੈਂ ਤਾਂ ਐਜੀ ਕੁੱਤੀ ਸ਼ੈ ਆ, ਜੇ ਆਪਣੀ ਇੱਥੇ ਆ ਜਾ ਤਾਂ ਧੀ ਦਾ ਪਿਓ ਨਾਲ ਰਿਸ਼ਤਾ ਕਰਾ ਦਿਆ। ਚੰਦ ਕੌਰ ਤਾਂ ਫੇਰ ਤੇਰੀ ਛੋਟੀ ਭਰਜਾਈ ਆ। ਮੈਂ ਦੇਖਦਾ ਚਾਨਣ ਦੇ ਹਿੱਸੇ ਦੀ ਜ਼ਮੀਨ ਚੰਦ ਕੌਰ ਕਿਵੇਂ ਲੈ ਕੇ ਜਾਂਦੀ ਆ। ਹੁਣ ਤਾਂ ਜ਼ਮੀਨ ਵੀ ਮੇਰੀ ਤੇ ਚੰਦ ਕੌਰ ਵੀ ਮੇਰੀ। ਵਿਆਹ ਕੀ ਹੋ ਗਿਆ? ਵੇ ਤੇਰਾ ਕੱਖ ਨਾ ਰਹੇ ਗੱਜਣਾ, ਭੇਜੇ ਤੇਰਾ ਬੇੜਾ। ਬੇਬੇ ਪੁੰਜੇ ਕਾ ਤੋਂ ਬਹਿ ਗਈ ਸੁੱਕੀ ਸਾਥੀ। ਵੀ ਮੈਂ ਤਾਂ ਗੱਜਣ ਨਹੀਂ ਮਕਾਨ ਆਈ ਆ, ਸੁਣਿਆ ਚੰਦਗੜ ਨੂੰ ਘਰ ਲੈ ਆਇਆ। ਹਾਏ ਨੀ ਮੇਰੀ ਧੀਏ, ਤੂੰ ਤਾਂ ਗੱਜਣ ਜੋਂਦੀ ਤੋਂ ਡੰਡੀ ਆ ਗਈ ਨੀ। ਕਿੱਥੇ ਆ ਕੰਜਰ? ਪੰਨਾ ਉਹਦੀਆਂ ਲੱਤਾਂ। ਨੀ ਉਹ ਬੈਤਲ ਚੰਦ ਪੱਟਣ ਗੁੱਤ ਨੀ ਪਾਪਣੇ ਤੈ ਕੀ ਖਾਸਾ ਮੇਰੀ ਧੀ ਉੱਤੋਂ ਆ ਕੇ ਚੋਰੀ ਆ ਗਏ। ਤੂੰ ਕਿਉਂ ਆਪ ਸਾੜਦੀ ਆ? ਉਹ ਪਾਪੀ ਕੱਛੜ ਲੈ ਕੇ ਆਇਆ ਇਹਨੂੰ। ਤੂੰ ਮੇਰੀ ਮਾਂ ਵਰਗੀ ਹੈ, ਦੱਸ ਮੇਰਾ ਕੀ ਦੋਸ਼? ਸਿਰੋਂ ਨੰਗੀ ਮੈਂ ਹੋਗੀ, ਮਾਂ ਕੇ ਪੇਕੇ ਲੈ ਗਈ। ਇਹ ਗਿਆ ਮੇਰਾ ਰੱਸਾ ਇਹਦੇ ਹੱਥ ਫੜਾਤਾ। ਇੰਜ ਤਾਂ ਕੋਈ ਪਸ਼ੂਆਂ ਨਾਲ ਵੀ ਨਹੀਂ ਕਰਦਾ ਮਾਂ। ਮਾਂ ਤੂੰ ਜਾਣਦੀ ਹੈ, ਸਾਰਾ ਜੱਗ ਜਾਣਦਾ ਹੈ ਮੈਨੂੰ ਕਿਉਂ ਲੈ ਕੇ ਆਇਆ। ਤੇਰਾ ਕੋਈ ਦੋਸ਼ ਨਹੀਂ ਮੇਰੀ ਭੈਣੇ। ਚੱਲ ਅੰਦਰ ਜਾ, ਤੇਰੀ ਉਮਰ ਪਈ ਆ ਨੀ ਆਪਣੇ ਰੋਣ ਨੂੰ। ਅੱਬ ਲੱਗਿਆ ਰੋ ਰੋ ਕੇ। ਲੋੜਾ ਮਾਰਿਆ ਇਹਨੇ ਤਾਂ। ਸੁਣਿਆ ਸੀ ਬੰਦਾ ਲਾਭ ਦੇ ਖਾਤੇ ਦੂਜਾ ਵਿਆਹ ਕਰਾ ਲੈਂਦਾ, ਇਹਦੇ ਵਾਂਗੂ ਤਾਂ ਨਹੀਂ ਕੀਤੀ ਸੀ ਭਾਈ ਕਿਸੇ ਨੇ। ਜ਼ਮੀਨ ਨੂੰ ਮਰ ਗਿਆ ਬੇਬੇ ਤਾਂ। ਚਾਨਣ ਦੇ ਹਿੱਸੇ ਦੀ ਜ਼ਮੀਨ ਚੰਦ ਕੌਰ ਦੇ ਨਾਲ ਚੜ ਗਈ।
को नहीं कर लिया वा ते लिया मिठाई पर कोई ना बेबे और रब देखदा ओ करू ਇਹਦੇ ਨਵੇੜੇ ਕਿੱਸਾ ਤੇਰੀ ਭੈਣ ਭਾਨੋ ਨਾ ਗਿਆ ਉਹਨੂੰ ਵੀ ਘਰੇ ਵਸਾ ਲਵੇ ਕਹਿੰਦਾ ਤਾਏ ਚੰਦ ਕੌਰ ਨੂੰ ਵੀ ਆਪਣੀ ਧੀ ਹੁੰਦਾ ਸੀ ਬਾਪੂ ਪਰ ਜ਼ਮੀਨਾਂ ਦੀ ਗਰਜ ਨਾਲ ਕਾਦੇ ਰਿਸ਼ਤੇ ਅੱਜ ਵੇਖ ਲਾ ਮੂੰਹ ਬੋਲੀ ਧੀ ਨੂੰ ਰੰਨ ਬਣਾਈ ਫਿਰਦਾ ਕੀੜੇ ਪੈ ਕੇ ਮਰੂਗਾ ਕੰਜਰ ਵੀ ਪ੍ਰਤਾਪੀਏ ਮੇਰੀ ਇਹ ਧੀਏ ਤੂੰ ਤੀਜੀ ਨਾ ਇਸ ਕੰਜਰੀ ਤੇ ਇਹਦੇ ਹੱਥ ਦੀ ਕੋਈ ਚੀਜ਼ ਨਾ ਖਾਈ ਹੋਇਆ ਤੇਰਾ ਪੁੱਤ ਜਵਾਨ ਆਪੇ ਲੋ ਗੱਜਣ ਨੂੰ ਸਿੱਧੇ ਰਾਹ ਚੰਗਾ ਧੀਏ ਅਸੀਂ ਚੱਲਦੇ ਆਂ ਇਹ ਖੱਟਿਆ ਚੰਦ ਗੁਰੇ ਗੱਜਣ ਦੇ ਘਰ ਆ ਕੇ ਇਹਨੂੰ ਤਾਂ ਲਾਲਚ ਸੀ ਭਲਾ ਜ਼ਮੀਨ ਦਾ ਪਰ ਤੈਨੂੰ ਕਾਹਦਾ ਲਾਲਚ ਸੀ ਆਉਂਦੀ ਨਹੀਂ ਸਾਰੀ ਜ਼ਮੀਨ ਇਹਦੇ ਨੱਕ ਰਾਤੀ ਤੂੰ ਤਾਂ ਦੀਨ ਤੋਂ ਵੀ ਗਈ ਤੇ ਜ਼ਮੀਨ ਤੋਂ ਵੀ ਲੋਕ ਤੈਨੂੰ ਪਾਪੜ ਤੇ ਕੜਮੂਹੀ ਆਖਦੇ ਨੇ ਤੇਰੇ ਮਨ ਦਾ ਦੁੱਖ ਜਾਣਨ ਵਾਲਾ ਕੋਈ ਨਹੀਂ ਹੈ ਇੱਥੇ ਪਿਓ ਦੇ ਉਮਰ ਦੇ ਗੱਜਣ ਨੂੰ ਖਸਮ ਵੀ ਬਣਾਇਆ ਤੇ ਸੌਕਣ ਦੀ ਤੋਮਤ ਵੀ ਲਈ ਤੇਲੀ ਵੀ ਕੀਤਾ ਤੇ ਰੁੱਖਾ ਵੀ ਖਾਦਾ ਪਰ ਕੋਈ ਨਹੀਂ ਆ ਲੈਣ ਦੇ ਗੱਜਣ ਨੂੰ ਕਰਦੀ ਉਹਦੇ ਨਾਲ ਗੱਲ ਉਹ ਕੀ ਹੋ ਗਿਆ ਚੰਦ ਕਰੇ ਉਹ ਕਿਹਦੇ ਨਾਲ ਗੱਲਾਂ ਕਰ ਰਹੀ ਹੈ ਜੇ ਤੂੰ ਕਰ ਲਵੇ ਤਾਂ ਤੈਨੂੰ ਪਤਾ ਲੱਗੇ ਕੀ ਕੁੱਤੇ ਖਾਣੀ ਹੁੰਦੀ ਆ ਮੇਰੇ ਨਾਲ ਹੋਇਆ ਕੀ ਦੱਸੇਂਗੀ ਕੁਝ ਦੇਖ ਜੀ ਮੈਂ ਨਹੀਂ ਰਹਿਣਾ ਉਸ ਪ੍ਰਤਾਪੀ ਦੇ ਨਾਲ ਉਹਨੂੰ ਭੇਜ ਬਾਹਰਲੇ ਘਰੇ ਤੇ ਮੈਂ ਰਹੂੰ ਇੱਥੇ ਉਹ ਬਸ ਇੰਨੀ ਕੋ ਗੱਲ ਪਿੱਛੇ ਤੂੰ ਤੇਰੇ ਵਾਸਤੇ ਹੋਊਗੀ ਇੰਨੀ ਕੋ ਗੱਲ ਜੋ ਮੇਰੇ ਨਾਲ ਹੁੰਦੀ ਆ ਨਾ ਉਹ ਮੈਨੂੰ ਹੀ ਪਤਾ ਉਹ ਤੂੰ ਫਿਕਰ ਕਿਉਂ ਕਰਦੀ ਐ ਆਪਾਂ ਅੱਜ ਹੀ ਗੱਲ ਕਰ ਲੈਣੀ ਆ ਪ੍ਰਤਾਪੀ ਨਾਲ ਤੇ ਜਵਾਕ ਉਹ ਕਿੱਥੇ ਰਹਿਣਗੇ ਤੇ ਜਵਾਕ ਰਹਿਣਗੇ ਤੇਰੇ ਕੋਲ ਉਹਨਾਂ ਦੀ ਛੋਟੀ ਨਾਲੀ ਪ੍ਰਤਾਪ ਕਰੇ ਮੈਂ ਗੱਲ ਕਰਦੀ ਸੀ ਤੇਰੇ ਨਾਲ ਆ ਬਾਹਰਲੇ ਘਰੇ ਡੰਗਰ ਕੱਲੇ ਹੁੰਦੇ ਆ ਜੇ ਤੂੰ ਉੱਥੇ ਜੇ ਤੂੰ ਨਹੀਂ ਜਾਣਾ ਤਾਂ ਮੈਂ ਚੰਦਪੁਰ ਨੂੰ ਭੇਜ ਦੂੰ ਫਿਰ ਮੈਨੂੰ ਵੀ ਜਾਣਾ ਪਊਗਾ ਤੇ ਹੁਣ ਨਿੱਕੇ ਨਿੱਕੇ ਚਾਵਾਂ ਨੂੰ ਗੋਟਾ ਅੰਬਰਾਂ ਦਾ ਲਾਇਆ ਸੀ ਅਰਤੀ ਦਾ ਫੁੱਲ ਕੋਈ ਮੈਂ ਮੱਥੇ ਤੇ ਸਜਾਇਆ ਸੀ ਹੁਣ ਰਹੇ ਮੇਣੇ ਮਾਰਦੀ ਤੇਰੇ ਨਾਂ ਦੀ ਲੱਗੀ ਮਹਿੰਦੀ ਵੇ ਛੱਡ ਗਿਆ ਅੱਧ ਵਿੱਚ ਕਾਰ ਤੇਰਾ ਸੱਜਣ ਮੈਨੂੰ ਕਹਿੰਦੀ ਵੇ ਛੱਡ ਗਿਆ ਅੱਧ ਵਿੱਚ ਕਾਰ ਤੇਰਾ ਸੱਜਣ ਮੈਨੂੰ ਕਹਿੰਦੀ ਵੇ ਰਾਮ ਰਾਮ ਬਾਬਾ ਜੀ ਰਾਮ ਰਾਮ ਲਾਲਾ ਜੀ ਕੋਈ ਉੱਠ ਦੀ ਖਬਰ ਸੁਣੀ ਆ ਕਹਿੰਦੇ ਗੱਜਣ ਸੋਨੂੰ 1 ਲੱਖ ਰੁਪਇਆ ਮਿਲਿਆ ਚੰਦ ਕੌਰ ਦੇ ਪੇਕਿਆਂ ਤੋਂ ਹੈ ਨਾਲੇ ਚੋਪੜੀਆਂ ਨਾਲੇ ਦੋ ਮੱਕੀ ਦੇ ਆਟੇ ਵਰਗੀ ਟੀਵੀ ਮਿਲ ਗਈ ਡੋਨ ਨੂੰ ਚਾਨਣ ਵਾਲੀ ਜ਼ਮੀਨ ਰਹਿ ਗਈ ਕੋਲ ਤੇ ਉੱਪਰੋਂ ਮਿਲ ਗਿਆ ਲੱਖ ਰੁਪਈਆ ਵਾਹ ਕਰਮਾ ਦੇ ਬਲੀਆ ਬਣ ਗਈ ਖੀਰ ਇੱਦਾਂ ਸੀ ਦਲੀਆ ਗੱਜਣ ਵੀ ਸਾਰਾ ਦਿਨ ਚੰਦ ਕਰ ਕਰਦਾ ਫਿਰਦਾ ਓਏ ਸੋਨੇ ਜੀ ਮੌਲਕੀ ਨੂੰ ਸਲਾਮਾਂ ਹੁੰਦੀਆਂ ਨੇ ਭਾਈ ਪ੍ਰਤਾਪੀ ਆਪਣੇ ਸਾਹਮਣੇ ਹੀ ਆ ਵਿਚਾਰੀ ਆਪਣਾ ਮੁੰਡਾ ਵੀ ਗਵਾਈ ਬੈਠੀ ਹੱਥੋਂ ਆ ਬਾਬਾ ਜੀ ਆ ਕਰਦੇ ਵੀ ਚੱਟੂ ਜਾਂ ਚੰਦ ਕੌਰ ਨੂੰ ਮਾਸੀ ਕਰਦਾ ਫਿਰਦਾ ਉਹ ਕਿਤੇ ਪੂਰਨ ਤੇ ਲੂਣਾ ਵਾਲੀ ਕਹਾਣੀ ਨਾ ਹੋਵੇ ਹੁਣ ਤਾਂ ਗੱਜਣ ਵੀ ਰਾਜੇ ਸਲਮਾਨ ਵਾਂਗੂ ਬੁੱਢਾ ਹੋਇਆ ਪਿਆ ਗੱਜਣ ਵੀ 50 ਗ੍ਰਾਮ ਦੀ ਬੱਟੀ ਵਾਂਗੂ ਬੁੜਕਦਾ ਫਿਰਦਾ ਲੱਗਦਾ ਗੱਜਣ ਪ੍ਰਤਾਪੀ ਵਾਲੀ ਚੱਲਿਆ ਉਹ ਮਿੱਠਾ ਖਾਂਦੇ ਨੂੰ ਲੂਣ ਮਿਰਚ ਖਾਣ ਨੂੰ ਦਿਲ ਕਰ ਗਿਆ ਓਏ ਨਹੀਂ ਮੈਂ ਸੁਣਿਆ ਇਹਨਾਂ ਦਾ ਬਾਬਾ ਰੌਲਾ ਪਿਆ ਵਿੱਚੋਂ ਵਿੱਚੀ ਲਾਲਾ ਜੀ ਤੁਸੀਂ ਤਾਂ ਭਲਾ ਗਾਂਟੀ ਹੋ ਇਹਨਾਂ ਦੇ ਤੁਹਾਡੇ ਨਹੀਂ ਸੁਣ ਚਾਇਆ ਕੋਈ ਬੋਲ ਬੁਲਾਰਾ ਓਏ ਸੁਣਿਆ ਇਹਨਾਂ ਦੀ ਕੁੜੀ ਨੂੰ ਬੱਚਾ ਹੋਣ ਵਾਲਾ ਹੈ ਗੱਜਣ ਆਂਦਾ ਸੀ ਆਪਾਂ ਕੁੜੀ ਨੂੰ ਲੈ ਆਈਏ
ਚੰਦ ਕੌਰ ਜਿੱਦ ਕਰੀ ਬੈਠੀ ਸੀ ਆਪਾਂ ਨਹੀਂ ਲੈ ਕੇ ਆਉਣੀ। ਪ੍ਰਤਾਪੀ ਵੀ ਭਾਈ ਬੜੇ ਗੁੱਸੇ 'ਚ ਸੀ, ਆਂਦੀ ਕੁੜੀ ਨੂੰ ਕਾਹਤੋਂ ਨਹੀਂ ਲੈ ਕੇ ਆਉਂਦੇ। ਉਹ ਤਾਂ ਫਿਰ ਜਿਹੜਾ ਅੱਜ ਪ੍ਰਤਾਪੀ ਵੱਲ ਚੱਲਿਆ ਆਹੀ ਗੱਲ ਹੋ। ਲੱਗ ਜੂ ਪਤਾ ਬਾਬਾ ਕਾਲੇ ਕਾ ਤੂੰ ਪੈਨੇ ਆ। ਰਾਮ ਰਾਮ ਬਾਬਾ ਜੀ। ਲੋੜਾ ਆ ਗਿਆ, 3 ਸਨੇਹੇ ਆ ਗਏ ਕੁੜੀ ਦੇ। ਇਹਨਾਂ ਨੇ ਤਾਂ ਜਾਣੀ ਕੰਨਾਂ 'ਚ ਤੇਲ ਹੀ ਪਾ ਲਿਆ। ਕੀ ਬੀਤਦੀ ਹੋ ਜਵਾਗੜੀ ਤੇ। ਡੀਕਦੀ ਨੂੰ 8ਵਾਂ ਲੱਗ ਗਿਆ। ਅਰੇ ਸਾਰੇ ਚੰਦ ਕੌਰ ਦਾ ਹੀ ਘਰ ਹੈ। ਵੀ ਉਹਦੀ ਧੀ ਹੋਵੇ ਤਾਂ ਉਹਦਾ ਕਾਲਜਾ ਮੱਚੇ। ਮੇਰਾ ਤਾਂ ਭਾਈ ਅੰਦਰ ਪੁੱਜਿਆ ਪਿਆ। ਜੇ ਹੁਣ ਵੀ ਇਹਨਾਂ 'ਚ ਕੋਈ ਨਾ ਗਿਆ ਮੈਂ ਆਪ ਜਾਊਂ। ਇਹਨਾਂ ਨੂੰ ਤਾਂ ਪੂਰਾ ਸ਼ਰਮ ਹੋਇਆ ਹੀ ਨਹੀਂ। ਤਾਂ ਹੈ ਆ ਗੁਰਦੇਵ ਦੀ ਬਹੂ ਆਂਦੀ ਸੀ ਬੇਬੇ ਖਾਤੀ ਆ। ਨਾ ਹੁਣ ਤੂੰ ਸੱਦੇ ਤੋਂ ਆਏਗਾ ਵੇ ਉਹਦਾ ਝੂਠ ਮਾਰ ਕੇ ਉਸ ਚੰਦ ਕੌਰ ਨੇ ਤੈਨੂੰ ਨਾ ਤੈਨੂੰ ਆਪ ਨਹੀਂ ਦੀਦਾ ਵੀ ਕੁੜੀ ਲੈ ਕੇ ਆਉਣੀ ਆ। ਵੇ ਜੇ ਦੇਵ ਨਹੀਂ ਜਾਂਦਾ ਤੂੰ ਹੀ ਵਗ ਜਾ। ਤੂੰ ਤਾਂ ਪਿਓ ਹੈ ਕੁੜੀ ਦਾ ਕਿ ਹੈ ਨਹੀਂ। ਹੁਣ ਤਾਂ 8ਵਾਂ ਨਹੀਂ ਲੱਗਿਆ ਜਾਣੀ ਚੰਦ ਕੌਰ ਆਂਦੀ ਸੀ। ਅੱਛਾ ਇੰਨੇ ਦਿਨ ਗਿੜ ਕੇ ਰੱਖੀ ਹੈ ਤੇਰੀ ਮਹਾਰਾਣੀ। ਵੇ ਮੈਂ 2 ਮਹੀਨਿਆਂ ਦੀ ਗੱਲ ਵੀ ਜਾਣੀ ਆ। ਕੁੜੀ ਨੂੰ ਲੈ ਆ। ਤੁਹਾਡੇ ਅੰਨੀਓ ਤਾਂ ਮੈਂ ਕੁੱਤੀ ਭੌਂਕਦੀ ਆ। ਹੁਣ 8ਵੇਂ ਮਹੀਨੇ 'ਚ ਤਾਂ ਜਾਣਾ ਠੀਕ ਨਹੀਂ ਫਿਰ। ਵੇ 8ਵੇਂ 'ਚ ਜਾਂਦਾ ਵੀ ਕੌਣ ਹੁੰਦਾ। ਮੈਂ ਤਾਂ ਤੈਨੂੰ 9ਵੇਂ 'ਚ ਜਾਣੀ ਕਹਿਨੀ ਆ। ਓਏ 9ਵੇਂ ਮਹੀਨੇ 'ਚ ਤਾਂ ਹੋਰ ਵੀ ਨਹੀਂ ਠੀਕ। ਬੱਸਾਂ ਦਾ ਕੰਮ ਹੈ ਭੀੜ ਨਹੀਂ ਹੁੰਦੀ ਆ। 100 ਵੀ 60 ਪੇਟ ਲੱਗੀ ਫਿਰ। ਤੇ ਫੇਰ ਹੁਣ ਬਸ ਹੋ ਗਈ ਮੁੱਕ ਜਾਂਦਾ। ਵੇ ਮਰ ਗਿਆ ਉਹਦਾ ਭਰਾ ਤੇ ਫੂਕਿਆ ਗਿਆ ਉਹਦਾ ਵਿਆਹ। ਸਿਰੇ ਕਿਉਂ ਚੜ ਰਹੀ ਹੈ? 9ਵਾਂ ਚੜ ਲੈਂਦੇ ਮੈਂ ਵਗ ਜੂ। ਵੇ 9ਵਾਂ ਚੜੇ ਤੇ ਜਾਏਗਾ ਕਦੋਂ। ਸਲਾਹ ਕਰੂੰਗਾ ਚੰਦ ਕੌਰ ਨਾਲ। ਚੰਦ ਕੌਰ ਤੇਰਿਆਂ ਨਾਲ ਵੀ ਆਈ ਬਈ। ਧੀਆ ਪੁੱਤ ਮੇਰੇ ਤੇ ਤੂੰ ਉਹ ਰੰਡੀ ਨਾਲ ਸਲਾਹ ਕਰੇਗਾ। ਕੀੜੇ ਸਕੇ ਮਰੇਗਾ ਕੰਨਾ। ਆ ਗਈਆਂ ਬਨੇਰੇ ਹੁਕਾਂ ਮੇਰੀਆਂ ਤੈਨੂੰ ਅੱਜ ਤੱਕ ਸੁਣੀਆਂ ਹੀ ਨਹੀਂ। ਤੇਰੀਆਂ ਚਤੁਰਾਈਆਂ ਸੱਜਣਾ ਵੇ ਸਾਥੋਂ ਅੱਜ ਤੱਕ ਬੁਝੀਆਂ ਹੀ ਨਹੀਂ। ਸਾਥੋਂ ਅੱਜ ਤੱਕ ਕਰਤੀ ਨਾ ਉਹੀ ਗੱਲ। ਤੀਵੀਂ ਵਾਲੀ ਮੱਤ ਤੁਹਾਡੀ। ਨਾ ਕੀ ਇਹ ਜੀ ਹੇਠਲੀ ਉੱਤੇ ਆ ਗਈ। ਪ੍ਰਤਾਪੀ ਆਪ ਜਾ ਕੇ ਲੈ ਕੇ ਆਈ ਆ ਕੁੜੀ ਨੂੰ। ਸਾਡਾ ਕੀ ਰਿਹਾ? ਮੈਨੂੰ ਤਾਂ ਭਾਈ ਇਸ ਘਰ ਦੀ ਉੱਕਾ ਹੀ ਸਮਝ ਨਹੀਂ ਆਉਂਦੀ। ਓਏ ਮੈਂ ਤਾਂ ਕਦੋਂ ਦਾ ਵਗ ਜਾਂਦਾ ਜਾਂ ਗੁਰਦੇਵ ਨੂੰ ਭੇਜ ਦਿੰਦਾ। ਤੂੰ ਹੀ ਆਖਦੀ ਰਹੀ ਆਖੇ ਆਪਾਂ ਨਹੀਂ ਜਾਣਾ ਆਪਾਂ ਨਹੀਂ ਜਾਣਾ। ਇਸ ਘਰ ਦੇ ਫਾਇਦੇ ਨੂੰ ਹੀ ਆਖਦੀ ਸੀ। ਫਾਇਦੇ ਨੂੰ ਆਖਦੀ ਸੀ ਤੂੰ। ਗੱਜਣ ਸਿਆ ਓ ਬਾਈ ਗੱਜਣ ਸਿਆ। ਸਤਿ ਸ੍ਰੀ ਅਕਾਲ ਸਰਪੰਚ ਸਾਹਿਬ। ਸਤਿ ਸ੍ਰੀ ਅਕਾਲ ਬਾਈ। ਕਿਵੇਂ ਦਰਸ਼ਨ ਦਿੱਤੇ ਜੀ? ਓ ਬਾਈ ਕੱਲ ਬੀਬੀ ਪ੍ਰਤਾਪੀ ਆਈ ਸੀ। ਉਹ ਜ਼ਮੀਨ ਚੋਂ ਹਿੱਸਾ ਮੰਗਦੀ ਆ ਬਾਈ। ਸਰਪੰਚ ਸਾਹਿਬ ਭਲਾ ਬੇਬੇ ਨੇ ਜ਼ਮੀਨ ਕੀ ਕਰਨੀ ਆ? ਕੋਈ ਤਾਂ ਬੰਦਿਆਂ ਤੋਂ ਨਹੀਂ ਸਾਂਭੀ ਜਾਂਦੀ। ਨਾ ਕਿਉਂ ਵੇ ਮੈਨੂੰ ਨਹੀਂ ਲੋੜ ਜ਼ਮੀਨ ਦੀ। ਘਰ ਵਾਲੀ ਮੈਂ ਧੀਆਂ ਪੁੱਤਾਂ ਵਾਲੀ ਮੈਂ ਤੇ ਰਲਦੀ ਮੈਂ ਫਿਰਾਂ। ਵੇ ਮੈਂ ਤੁਹਾਡੇ 20 ਕਿੱਲਿਆਂ ਨੂੰ ਚੱਟਾ। ਮੇਰੀ ਕੁੜੀ ਤੇ ਜ਼ਹਿਮਤ ਸੀ ਕਿਆ ਇਹਨਾਂ ਚੋਂ ਕੋਈ ਲੈ। ਨਾ ਨੇ ਕੀ ਕੀਤਾ ਰਤਨ ਕੌਰ ਖਲਤੀ ਉਹਤੇ ਵੀ ਇਹਨਾਂ ਨੂੰ ਭੋਰਾ ਖਬਰਸਾਰ ਦੱਸੇ। ਵੇ ਜਿਹੜੀਆਂ ਤੁਹਾਡੇ ਢਿੱਡਾਂ 'ਚ ਨੇ ਨਾ ਉਹ ਮੇਰੇ ਇਹਨਾਂ ਨੋਹਾਂ 'ਚ ਨੇ। ਵੇ ਮਾਪਿਆਂ ਤੇ ਮਾਣ ਹੁੰਦਾ ਧੀਆਂ ਨੂੰ। ਪਰ ਤੁਸੀਂ ਕਾਹਦਾ ਭਰਾ ਕਾਹਦਾ ਪਿਓ। ਪੂਰਨ ਸਿਆ ਵੇ ਮੈਂ ਤਾਂ ਹਿੱਸਾ ਲਊ ਜ਼ਮੀਨ 'ਚੋਂ। ਓ ਬੇਬੇ ਕਾਲੀ ਨਾ ਕਰ। ਮੈਂ ਬੈਠਾ ਨਾ ਆਪਾਂ ਕਰਾਂਗੇ ਗੱਲ। ਹਾਂ ਵੀ ਗੱਜਣ ਸਿਆ ਦੱਸੋ ਬਈ। ਮੈਂ ਕੀ ਦੱਸਾਂ ਸਰਪੰਚ ਸਾਹਿਬ। ਆਪਾਂ ਚੰਦ ਕੌਰ ਨੂੰ ਪੁੱਛ ਲੈਨੇ ਆ। ਜਿਹਨੂੰ ਮਰਜ਼ੀ ਪੁੱਛ ਲੈ ਪੂਰਨ ਸਿਆ। ਵੇ ਮੈਂ ਹੁਣ ਜੱਟ ਮੂਰੇ ਹੱਥ ਨਹੀਂ ਅੱਡਣੇ। ਤੇਰਾ ਨੱਕ ਭੋਗ ਲਿਆ ਸਾਰੀ ਉਮਰ। ਖਬੜੀ ਬਣੀ ਰਹੀ ਮੈਂ ਤਾਂ। ਹੱਥੀ ਵਿਆਹ ਕੇ ਲਿਆਂਦੀ ਧੀਆਂ ਵਾਂਗੂ ਰੱਖਿਆ ਤੇ ਅੱਜ ਬਣ ਗਈ ਵੱਡੀ ਘਰ ਦੀ ਮਾਲਕਣ। ਜਿਹੜੀ ਵੀ ਗੱਲ ਹੁੰਦੀ ਆ ਪੱਛਦਾ ਚੰਦ ਕੌਰ ਤੋਂ ਪੱਛਦਾ ਚੰਦ ਕੌਰ ਤੋਂ ਪੱਛਦਾ ਚੰਦ ਕੌਰ ਤੋਂ। ਮੈਂ ਤਾਂ ਕੋਈ ਹੈ ਹੀ ਨਹੀਂ ਪੂਰਨ ਸਿਆ। ਪਰ ਹੁਣ ਮੈਂ ਆਪਣਾ ਹਿੱਸਾ ਲਊ ਜ਼ਮੀਨ 'ਚੋਂ। ਜੇ ਇੱਥੇ ਨਾ ਮੰਨੇ ਮੈਂ ਕਚਹਿਰੀ ਬੇਬੇ ਗਾਤਾ ਸੁਣ। ਬੇਬੇ ਗਾਤਾ ਸੁਣ। ਬਾਈ ਗੱਜਣ ਸਿਆ ਲੱਗਦਾ ਬੀਬੀ ਪ੍ਰਤਾਪੀ ਨੇ ਨਹੀਂ ਹੁਣ ਮੰਨਣਾ। ਬਾਈ ਤੁਸੀਂ ਬੈਠ ਕੇ ਸਲਾਹ ਕਰ ਲਿਓ। ਮੈਨੂੰ ਜਦੋਂ ਕਹੋਗੇ ਮੈਂ ਉਦੋਂ ਆ ਜਾਊਂਗਾ। ਚੰਗਾ ਬਾਈ ਸਤਿ ਸ੍ਰੀ ਅਕਾਲ।
ਦੇਖ ਰਹੀ ਹੈ ਉਹਦੀਆਂ ਕਰਤੂਤਾਂ। ਸਾਰੇ ਪਿੰਡ 'ਚ ਸਾਡੀ ਬਦਨਾਮੀ ਕਰਾਤੀ। ਨਾ ਜਦੋਂ 4 ਕਿੱਲਿਆਂ ਦੀ ਖਾਤਰ ਮੈਨੂੰ ਲਿਆ ਕੇ ਬਿਠਾਇਆ ਸੀ ਉਹਦੇ ਸਿਰ ਤੇ, ਉਦੋਂ ਤਾਂ ਹੋਈ ਨਹੀਂ ਤੁਹਾਡੀ ਬਦਨਾਮੀ। ਇਹ ਸਾਰੇ ਤੇਰੇ ਕੱਟੇ ਪਿੱਛੇ ਹੋਇਆ। ਜੇ ਮਾੜਾ ਮੋਟਾ ਹੱਥ ਝਾੜਦੇ ਰਹਿੰਦੇ ਨਾ ਤਾਂ ਜੇ ਦਿਨ ਨਾ ਦੇਖਣਾ ਪੈਂਦਾ। ਉਹ ਮੈਂ ਕੀ ਲੈ ਲਿਆ ਤੁਹਾਡੇ ਤੋਂ? ਮੈਂ ਤਾਂ ਆਪਣੇ ਹਿੱਸੇ ਦੇ 4 ਕਿੱਲੇ ਵੀ ਤੇਰੇ ਨਾਲ ਲਵਾਤੇ। ਪੇਕਿਆਂ ਤੋਂ ਛੱਜ ਰੁਪਈਆਂ ਦਾ ਲਿਆ ਕੇ ਤੇਰੀ ਝੋਲੀ ਪਾਤਾ, ਤੇ ਹੁਣ ਇਹ ਮਾੜੀ ਲੱਗਣ ਲੱਗੀ ਇਹਨਾਂ ਨੂੰ। ਓ ਬਾਪੂ ਗੱਲ ਤਾਂ ਸੁਣ। ਮਾਸੀ ਮੇਰੀ ਗੱਲ ਤਾਂ ਸੁਣ। ਤੇਰਾ ਬਾਪੂ ਖੁਸ਼ ਦਾ ਪਿਆਰ। ਬਾਪੂ ਮਿੱਟੀ ਖਾਤਰ ਮਿੱਟੀ ਹੋਇਆ, ਮਿੱਟੀ ਦੇ ਵਿੱਚ ਖੋਇਆ। ਜਦ ਤੂੰ ਮੈਨੂੰ ਘਰ ਚੋਂ ਕੱਢਿਆ, ਤੇਰਾ ਦਿਲ ਨਾ ਰੋਇਆ। ਹੁਣ ਮੇਰਾ ਦਿਲ ਨਾ ਰੋਇਆ। ਕਰਮਾਂ ਦੇ ਰੰਗ ਫਿੱਕੇ ਹੋਏ, ਜਦ ਸੀ ਚਾਨਣ ਮੋਇਆ। ਮੁੱਲ ਮੇਰਾ ਸੀ ਮਿੱਟੀ ਚੁਣਿਆ, ਤੂੰ ਜੋ ਮੇਰਾ ਹੋਇਆ। ਹੁਣ ਮੇਰਾ ਦਿਲ ਹੈ ਰੋਇਆ। ਮਿੱਟੀ ਖਾਤਰ ਮਿੱਟੀ ਹੋਇਆ, ਮਿੱਟੀ ਖਾਤਰ ਮਿੱਟੀ। ਨੀ ਰਤਨਪੁਰੇ, ਨੀ ਆ ਕੀ ਧਰਿਆ ਭਾਈ? ਦਲੀਆ ਧਰਿਆ ਬੇਬੇ। ਦਲੀਆ? ਨਾ ਕੌਣ ਬਿਮਾਰ ਹੈ? ਇੱਧਰ ਤਾਂ ਕੋਈ ਬਿਮਾਰ ਨਹੀਂ ਬੇਬੇ। ਉਧਰ ਵੱਡੀ ਬੇਬੇ ਦਾ ਚਿੱਤ ਢਿੱਲਾ, ਉਧਰ ਦੇਣ ਚੱਲੀ ਆ। ਲੈ ਦੱਸ ਹੁਣ, ਪਹਿਲਾਂ ਪ੍ਰਤਾਪੀ ਮਰਦੀ ਵੀ ਹੁੰਦੀ ਸੀ ਨਾ ਤਾਂ ਕੋਈ ਖਬਰ ਲੈਣ ਨਹੀਂ ਸੀ ਜਾਂਦਾ ਹੁੰਦਾ, ਤੇ ਹੁਣ ਜੇ ਚਿੱਤ ਵੀ ਢਿੱਲਾ ਏ ਤਾਂ ਦਲੀਆ ਧਰ ਦਿੰਦੇ ਨੇ ਉਹਨੂੰ। ਨੀ ਚੰਦਪੁਰੇ, ਤੂੰ ਕੀ ਨਹੀਂ ਕੀਤਾ ਇਸ ਘਰ ਲਈ? ਤੇਰਾ ਤਾਂ ਸਭ ਕੁਝ ਗੱਜਣ ਦੇ ਨਾਲ ਹੀ ਮੁੱਕ ਗਿਆ। ਨੀ ਨਾ ਪੁੱਤ ਰਤਨਪੁਰੇ, ਨੀ ਚੰਦ ਕੋਰ ਗੁੱਸਾ ਕਰੂ ਨੀ ਮੇਰੇ ਉੱਧਰ ਗਈ ਦਾ। ਕਰਦੀ ਏ ਤਾਂ ਕਰ ਜੇ ਬੇਬੇ, ਆਪਣਾ ਕੀ ਲੈ ਜੂ ਭਲਾ। ਨਾਲੇ ਤੇਰਾ ਪੁੱਤ ਆਂਦਾ ਸੀ ਜੇ ਬਾਲੀ ਆਕੜ ਕਰੂ ਤਾਂ ਬਾਹੋਂ ਫੜ ਕੇ ਬਾਹਰ ਵੀ ਕਰ ਦਿਆਂਗੇ। ਚੱਲ ਬੇਬੇ ਤੂੰ ਅੰਦਰ ਚੱਲ, ਮੈਂ ਤੇਰੇ ਕੱਪੜੇ ਲੈ ਕੇ ਆਉਣੀ ਆ। ਇਹ ਤਾਂ ਜ਼ਮੀਨ ਨੂੰ ਹੀ ਸਲਾਮਾਂ ਨੇ ਭਾਈ, ਪ੍ਰਤਾਪੀ ਤਾਂ ਮੈਂ ਅੱਜ ਵੀ ਉਹੀ ਆ। ਨਾ ਦੇਵ, ਮੇਰਾ ਨਾ ਚਿੱਤ ਜਿਹਾ ਨਹੀਂ ਲੱਗਦਾ ਹੁਣ ਇਸ ਘਰ 'ਚ। ਤੇਰੇ ਬਾਪੂ ਦੇ ਜਾਣ ਤੋਂ ਬਾਅਦ ਤਾਂ ਇਹ ਘਰ ਮੈਨੂੰ ਖਾਣ ਨੂੰ ਹੀ ਆਉਂਦਾ ਏ। ਆ ਚੱਕ ਆਪਣੇ ਕੱਪੜੇ ਤੇ ਜਾ ਜਿੱਥੇ ਜਾਣਾ। ਜੇ ਤੇਰੀ ਲੱਗਦਾ ਤੇਰਾ ਸਾਡਾ ਤੀਵੀਆਂ ਦਾ ਮੁੱਲ ਵੀ ਬਸ ਜ਼ਮੀਨਾਂ ਨਾਲ ਹੀ ਪੈਂਦਾ ਏ। ਜਦ ਮੈਂ ਜ਼ਮੀਨ ਦੀ ਹੱਕਦਾਰ ਸੀ ਤਦ ਮੇਰੀ ਕਦਰ ਪੈ ਗਈ, ਤੇ ਪ੍ਰਤਾਪੀ ਤੱਕੀ ਗਈ। ਤੇ ਅੱਜ ਜਦ ਉਹ ਹੱਕਦਾਰ ਹੈ ਤਾਂ ਉਹਦੀ ਕਦਰ ਪੈ ਜੂ ਤੇ ਮੈਂ ਤੱਕੀ ਜਾਊਂ। ਮਿੱਟੀ ਮਿੱਟੀ ਨੂੰ ਮਾਰਨ ਲੱਗੀ, ਮਿੱਟੀ ਦੇ ਹਥਿਆਰ। ਜਿਸ ਮਿੱਟੀ ਪਰ ਮੋਤੀ ਮਿੱਟੀ, ਇਸ ਮਿੱਟੀ ਹੰਕਾਰ, ਇਸ ਮਿੱਟੀ ਹੰਕਾਰ। ਚੰਦਪੁਰੇ, ਨੀ ਜਦੋਂ ਮੈਨੂੰ ਇਹ ਘਰ ਚੋਂ ਕੱਢਿਆ ਗਿਆ ਸੀ ਨਾ, ਉਦੋਂ ਮੇਰਾ ਕੋਈ ਦੋਸ਼ ਨਹੀਂ ਸੀ, ਤੇ ਅੱਜ ਤੈਨੂੰ ਕੱਢਦੇ ਆ, ਤੇਰਾ ਵੀ ਕੋਈ ਦੋਸ਼ ਨਹੀਂ। ਉਦੋਂ ਇਹਨਾਂ ਨੂੰ ਮੇਰੀ ਲੋੜ ਨਹੀਂ ਸੀ, ਤੇ ਅੱਜ ਇਹਨਾਂ ਨੂੰ ਤੇਰੀ ਲੋੜ ਨਹੀਂ। ਤੀਵੀਆਂ ਦੀਆਂ ਹੋਣੀਆਂ ਤਾਂ ਲੋੜਾਂ ਨਾਲ ਹੀ ਬੱਚੀਆਂ ਹੋਈਆਂ ਮੇਰੀਏ ਭੈਣੇ। ਤੀਵੀਆਂ ਦੀਆਂ ਹੋਣੀਆਂ ਤਾਂ ਲੋੜਾਂ ਨਾਲ ਹੀ ਬੱਚੀਆਂ ਹੋਈਆਂ।
जावे मिट्टी। देसी नाटक की रंग दिखावे मिट्टी, की रंग दिखावे मिट्टी, की रंग दिखावे। Hello. One act play the team number 2 ਦੇ participants stage ਦੇ ਅੱਗੇ ਆ ਜਾਣ। ਟੀਮ ਨੰਬਰ 2 ਦੇ participants ਅੱਗੇ ਆ ਜਾਣ ਤਾਂ ਕਿ ਉਹਨਾਂ ਦੀ ਜਾਣ ਪਹਿਚਾਣ ਜੱਜਿਸ ਦੇ ਨਾਲ ਕਰਵਾਈ ਜਾ ਸਕੇ। इंदरप्रीत कौर, बिन्नी कश्यप, विभू, so first is इंदरप्रीत कौर, next बिन्नी कश्यप, विभू, next is मनप्रीत सिंह, पवनदीप सिंह, हर्षप्रीत सिंह, बृद्धि जैन, गुरजंट सिंह एंड अमीशा बजाज।